ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਆ। ਕੈਮਿਸਟਰੀ ਮਾਸਟਰ ਕੈਡਰ ਤੇ ਕਲਾਸ 11th ਦੇ ਆਪਾਂ ਥਰਮੋਡਾਇਨਾਮਿਕਸ ਕਰ ਰਹੇ ਸੀਗੇ ਤੇ ਅੱਜ ਆਪਾਂ ਥਰਮੋਡਾਇਨਾਮਿਕਸ ਦਾ ਕੁਇਕ ਰਿਵੀਜ਼ਨ ਲਵਾਂਗੇ ਸਾਰੀ ਤੇ ਸਾਰਾ ਟੌਪਿਕ ਪੂਰਾ ਕਰ ਦਾਂਗੇ। ਤਾਂ ਪਹਿਲਾਂ ਆਪਾਂ ਉਹਦੇ ਪੜ੍ਹਿਆ ਸੀਗਾ ਬਟ ਥਰਮੋਡਾਇਨਾਮਿਕਸ ਕੀ ਹੁੰਦੀ ਹੈ ਤੇ ਇਹ ਆਪਣੇ ਵਾਸਤੇ ਯੂਜ਼ਫੁਲ ਕਿਵੇਂ ਆ। ਥਰਮੋਡਾਇਨਾਮਿਕ ਸਾਇੰਸ ਦੀ ਉਹ ਬ੍ਰਾਂਚ ਹੁੰਦੀ ਹੈ ਜਿਹੜੀ ਡਿਸਕਰਾਈਬ ਕਰਦੀ ਆ ਮੈਟਰ ਦਾ ਬਿਹੇਵੀਅਰ ਤੇ ਅਲੱਗ-ਅਲੱਗ ਫਾਰਮ ਆਫ એનર્ਜੀ ਦੀ ਕਿਵੇਂ ਹੁੰਦਾ ਗਾ। ਤੇ ਥਰਮੋਡਾਇਨਾਮਿਕ ਆਪਾਂ ਨੂੰ ਪਤਾ ਵੀ ਬਲਕ ਪ੍ਰੋਪਰਟੀਜ਼ ਦੱਸਦੀ ਹੈ, ਮਾਈਕਰੋਸਕੋਪਿਕ ਲੈਵਲ ਦੀ ਹੁੰਦੀ ਆ। ਜਿਹੜੇ ਲਾਗ ਹੈ ਥਰਮੋਡਾਇਨਾਮਿਕਸ ਦੇ ਹੈ ਨਾ ਉਹ ਮਾਈਕਰੋਸਕੋਪਿਕ ਲੈਵਲ 'ਤੇ ਹੁੰਦੇ ਆ, ਮਾਈਕਰੋਸਕੋਪਿਕ ਲੈਵਲ 'ਤੇ ਨਹੀਂ ਲੱਗ ਸਕਦੇ। ਅਤੇ ਆਪਾਂ ਨੂੰ ਰਿਲੇਸ਼ਨਸ਼ਿਪ ਦੱਸਦੀ ਹੈ ਹੀਟ ਵਰਕ ਮੇਜਰੇਬਲ ਪ੍ਰੋਪਰਟੀਆਂ ਜਿਹੜੀਆਂ ਮੈਟਰ ਦੀਆਂ ਉਹਨਾਂ ਦੇ ਵਿੱਚ ਨੈਚੁਰਲ ਚੇਂਜ ਦੱਸਦੀ ਆਪਾਂ। ਇਹ ਤਾਂ ਪ੍ਰੋਪਰਟੀਆਂ ਪਤਾ ਲੱਗਦਾ ਨੈਚੁਰਲ ਚੇਂਜ ਪਤਾ ਲੱਗਦੀ ਹੈ, ਡਾਇਰੈਕਸ਼ਨ ਨੈਚੁਰਲ ਚੇਂਜ ਦੀ ਕਿਹੜੀ ਡਾਇਰੈਕਸ਼ਨ 'ਚ ਹੋਏਗਾ ਅਤੇ ਕੈਮੀਕਲ ਰਿਐਕਸ਼ਨ ਕੋਈ ਹੋ ਰਹੀ ਹੈ ਜਾਂ ਨਹੀਂ। ਬੇਸਿਕਲੀ ਜਿਹੜੀ ਥਰਮਾਬਿਲਿਟੀ ਉਹ ਆਪਾਂ ਨੂੰ ਦੱਸਦੀ ਹੈ ਫਿਜ਼ੀਬਿਲਿਟੀ ਆਫ ਰਿਐਕਸ਼ਨ ਦੇ ਬਾਰੇ ਦੱਸਦੀ ਆ ਵੀ ਇਹ ਕੋਈ ਰਿਐਕਸ਼ਨ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ। ਤਾਂ ਥਰਮੋਡਾਇਨਾਮਿਕ ਦਾ ਮੇਨ ਕੰਮ ਇਹੀ ਹੈ ਥਰਮੋਡਾਇਨਾਮਿਕ ਪੜ੍ਹਨ ਦਾ ਵੀ ਇਹ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਰਿਐਕਸ਼ਨ ਦੀ ਫਿਜ਼ੀਬਿਲਿਟੀ ਕੀ ਹੈਗੀ ਆ। ਤਾਂ ਫਿਰ ਕੀ ਆ ਹੁਣ ਆਪਾਂ ਜਿਹੜੇ ਹੁਣ ਸਾਈਲੈਂਟ ਫਿਕਚਰ ਗਏ ਜਿਹੜੇ ਆਪਾਂ ਥਰਮੋਡਾਇਨਾਮਿਕਸ ਦੀ ਇਹ ਮਾਈਕਰੋਸਕੋਪਿਕ ਪ੍ਰੋਪਰਟੀ ਨੂੰ ਸ਼ੋਅ ਕਰਦੀ ਆ ਜਿਵੇਂ ਪ੍ਰੈਸ਼ਰ ਵੋਲੀਅਮ ਟੈਂਪਰੇਚਰ ਡੈਂਸਿਟੀ ਆਫ ਸਿਸਟਮ ਹੈ ਨਾ। ਅਤੇ ਕਿਉਂਕਿ ਥਰਮੋਡਾਇਨਾਮਿਕ ਮਾਈਕਰੋਸਕੋਪਿਕ ਸਾਇੰਸ ਕੀ ਅਤੇ ਕੀ ਆ ਮਾਈਕਰੋਸਕੋਪਿਕ ਲੈਵਲ ਨਾਲ ਨਹੀਂ ਡੀਲ ਕਰਦੀ ਹੈਗੀ। ਤਾਂ ਹੁਣ ਆਪਾਂ ਥਰਮੋਡਾਇਨਾਮਿਕਸ ਬਾਰੇ ਪੜ੍ਹ ਲਿਆ ਤਾਂ ਹੁਣ ਇਹਦੀਆਂ ਲਿਮਿਟੇਸ਼ਨ ਬਾਰੇ ਵੀ ਪੜ੍ਹਾਂਗੇ। ਤਾਂ ਪਹਿਲੀ ਲਿਮਿਟੇਸ਼ਨ ਥਰਮੋਡਾਇਨਾਮਿਕਸ ਦੀ ਹੈਗੀ ਆ ਇਹ ਆਪਾਂ ਨੂੰ ਦੱਸਦੀ ਵੀ ਕੋਈ ਕੈਮੀਕਲ ਰਿਐਕਸ਼ਨ ਹੋ ਰਿਹਾ ਜਾਂ ਨਹੀਂ ਹੋ ਰਿਹਾ ਵੀ ਜਿਹੜੀ ਕੰਡੀਸ਼ਨ ਹੈਗੀ ਆ। ਤਾਂ ਇਹ ਰੇਟ ਆਫ ਰਿਐਕਸ਼ਨ ਦੇ ਬਾਰੇ ਨਹੀਂ ਦੱਸਦੀ ਆਪਾਂ ਨੂੰ ਐਂ ਦੱਸ ਦਿਓ ਵੀ ਕੋਈ ਰਿਐਕਸ਼ਨ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਪਰ ਉਹਦੇ ਰੇਟ ਆਫ ਰਿਐਕਸ਼ਨ ਦੇ ਬਾਰੇ ਨਹੀਂ ਦੱਸਦੀ। ਅਤੇ ਆਪਾਂ ਨੂੰ ਇਨੀਸ਼ੀਅਲ ਅਤੇ ਫਾਈਨਲ ਪ੍ਰੋਪਰਟੀਆਂ ਬਾਰੇ ਦੱਸਦੀ ਆ ਪਰ ਇਹ ਕੀ ਆਪਾਂ ਨੂੰ ਜਿਹੜਾ ਪਾਥ ਜਾਂ ਮੈਕੈਨਿਜ਼ਮ ਫੋਲੋ ਹੋਇਆ ਰਿਐਕਸ਼ਨ ਦੇ ਉਹਦੇ ਬਾਰੇ ਨਹੀਂ ਇਹ ਦੱਸਦੀ। ਅਤੇ ਇੱਕ ਚੀਜ਼ ਹੋਰ ਹੈ ਇਹ 'ਚ ਕਿ ਥਰਮੋਡਾਇਨਾਮਿਕ ਇਕੁਲਿਬਰੀਅਮ ਦੇ ਵਿੱਚ ਹੀ ਹੋਣਾ ਚਾਹੀਦਾ ਸਾਰਾ ਕੁਛ ਤਾਂ ਫਿਰ ਹੀ ਉਹ ਰਿਐਕਸ਼ਨ ਦੀ ਆਪਾਂ ਨੂੰ ਪਤਾ ਲੱਗੂਗਾ ਨਹੀਂ ਤਾਂ ਫਿਰ ਆਪਾਂ ਰਿਐਕਸ਼ਨ ਦਾ ਆਪਾਂ ਨੂੰ ਕੁਛ ਵੀ ਨਹੀਂ ਪਤਾ ਲੱਗਣਾ। ਤਾਂ ਹੁਣ ਆਪਾਂ ਅਲੱਗ-ਅਲੱਗ ਬੇਸਿਕ ਡੈਫੀਨੇਸ਼ਨ ਪੜ੍ਹਾਂਗੇ ਕਿਹੜੀਆਂ ਥਰਮੋਡਾਇਨਾਮਿਕਸ ਯੂਜ਼ ਹੁੰਦੀਆਂ ਹੈਗੀਆਂ। ਤਾਂ ਕੁਛ ਤਾਂ ਆਪਾਂ ਉਸ ਦਿਨ ਪੜ੍ਹ ਵੀ ਲਈਆਂ ਸੀਗੀਆਂ। ਤਾਂ ਪਹਿਲਾਂ ਤਾਂ ਹੈਗਾ ਸਿਸਟਮ ਜਿਹੜਾ ਯੂਨੀਵਰਸ ਦਾ ਪਾਰਟ ਹੈ ਜਿਸ 'ਚ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਿਸ 'ਚ ਆਪਣੀ ਜਾਂ ਰਿਐਕਸ਼ਨ ਹੋ ਰਹੀ ਹੈ ਉਹਨੂੰ ਤਾਂ ਆਪਾਂ ਕਹਿੰਦੇ ਹਾਂ ਸਿਸਟਮ ਕਹਿਣਾ। ਜਿਵੇਂ ਹੁਣ ਆਪਾਂ ਕੋਈ ਬੀਕਰ 'ਚ ਕੋਈ ਰਿਐਕਸ਼ਨ ਕਰ ਰਹੇ ਹਾਂ ਤਾਂ ਜਿਹੜੀ ਬੀਕਰ ਆ ਉਹ ਤਾਂ ਆਪਣਾ ਕੀ ਹੈ ਸਿਸਟਮ ਆ। ਜਿਹੜਾ ਬਾਹਰ ਦਾ ਸਿਸਟਮ ਦੇ ਤੋਂ ਬਾਹਰ ਗਾ ਸਿਸਟਮ ਤੋਂ ਬਾਹਰ ਉਹਨੂੰ ਆਪਾਂ ਕੀ ਕਹਿੰਦੇ ਹਾਂ ਸਰਾਊਂਡਿੰਗ ਕਹਿੰਦੇ ਹਾਂ। ਜਿਹੜਾ ਸਿਸਟਮ ਤੋਂ ਬਾਹਰ ਵਾਲੀ ਚੀਜ਼ ਆ ਉਹਨੂੰ ਆਪਾਂ ਕੀ ਕਹਾਂਗੇ ਸਰਾਊਂਡਿੰਗ ਕਹਾਂਗੇ। ਜਿਵੇਂ ਆਪਾਂ ਕੋਈ ਬੀਕਰ 'ਚ ਰਿਐਕਸ਼ਨ ਕਰ ਰਹੇ ਹਾਂ ਬੀਕਰ ਦਾ ਆਪਣਾ ਕੀ ਸਿਸਟਮ ਬਾਕੀ ਸਾਰਾ ਰੂਮ ਬਾਕੀ ਸਾਰੀਆਂ ਚੀਜ਼ਾਂ ਆਪਣਾ ਕੀ ਆ ਸਰਾਊਂਡਿੰਗ ਆ। ਅਤੇ ਇੱਕ ਹੁੰਦਾ ਗਾ ਸਿਸਟਮ ਪਲੱਸ ਸਰਾਊਂਡਿੰਗ ਦੋਨਾਂ ਨੂੰ ਜੋੜ ਕੇ ਕੀ ਬਣ ਜਾਂਦਾ ਗਾ ਯੂਨੀਵਰਸ ਬਣ ਜਾਂਦਾ ਗਾ। ਅਤੇ ਸਿਸਟਮ ਅਤੇ ਸਰਾਊਂਡਿੰਗ ਨੂੰ ਜੋੜ ਕੇ ਆਪਣਾ ਸਾਰਾ ਆਪਣਾ ਕੀ ਆ ਯੂਨੀਵਰਸ ਉਹ ਹੋ ਜਾਂਦਾ ਗਾ। ਤਾਂ ਹੁਣ ਸਿਸਟਮ ਵੀ ਗਾਹਾਂ ਅਲੱਗ-ਅਲੱਗ ਟਾਈਪ ਦੇ ਹੁੰਦੇ ਆ। ਪਹਿਲਾ ਹੈਗਾ ਕਲੋਜ਼ ਸਿਸਟਮ ਜਿਸ 'ਚ ਇਕੱਲੀ ਐਨਰਜੀ ਦਾ ਟਰਾਂਸਫਰ ਹੁੰਦਾ ਗਾ ਉਹਨੂੰ ਆਪਾਂ ਕਹਿੰਦੇ ਹਾਂ ਕਲੋਜ਼ ਸਿਸਟਮ। ਓਪਨ ਸਿਸਟਮ ਦਾ ਜਿਸ 'ਚ ਕੀ ਆ ਐਨਰਜੀ ਅਤੇ ਮੈਟਰ ਦੋਨੇ ਦਾ ਚੇਂਜ ਹੁੰਦਾ ਗਾ। ਆਈਸੋਲੇਟਡ ਸਿਸਟਮ ਹੁੰਦਾ ਗਾ ਜਿਸ 'ਚ ਮੈਟਰ ਅਤੇ ਐਨਰਜੀ ਦੋਨੇ ਕੋਈ ਵੀ ਨਹੀਂ ਚੇਂਜ ਹੁੰਦਾ ਗਾ। ਤਾਂ ਹੁਣ ਇਹਨੂੰ ਆਪਾਂ ਸਮਝਾਂਗੇ ਕਿਵੇਂ ਜਿਵੇਂ ਕਲੋਜ਼ ਸਿਸਟਮ ਦੀ ਐਗਜਾਮਪਲ ਤਾਂ ਲਾ ਲਓ ਵੀ ਆਪਾਂ ਪਾਣੀ ਗਰਮ ਕਰ ਰਹੇ ਹਾਂ ਗੈਸ 'ਤੇ ਤਾਂ ਉਹਦੇ ਵਿੱਚ ਕੀ ਆ ਐਨਰਜੀ ਵੀ ਵੇਪਰ ਦੀ ਫਾਰਮ 'ਚ ਕੀ ਆ ਮੈਟਰ ਵੀ ਉੱਡ ਰਿਹਾ ਅਤੇ ਐਨਰਜੀ ਵੀ ਉਹਦੇ ਵਿੱਚ ਕੀ ਹੋ ਰਹੀ ਆ ਟਰਾਂਸਫਰ ਹੋ ਰਹੀ ਆ। ਅਤੇ ਦੂਜਾ ਕਲੋਜ਼ ਸਿਸਟਮ ਕਿਹੜਾ ਹੁੰਦਾ ਗਾ ਜਿਵੇਂ ਆਪਾਂ ਲਾ ਲਓ ਪ੍ਰੈਸ਼ਰ ਕੁੱਕਰ ਦੇ ਵਿੱਚ ਕੀ ਕਰ ਰਹੇ ਹੈਗੇ ਖਾਣਾ ਬਣਾ ਰਹੇ ਹਾਂ ਤਾਂ ਉਹਦੇ ਵਿੱਚ ਇਕੱਲੀ ਐਨਰਜੀ ਹੀਟ ਹੈ ਜਿਹੜੀ ਉਹੀ ਟਰਾਂਸਫਰ ਹੋ ਰਹੀ ਆ ਮੈਟਰ ਦਾ ਤਾਂ ਕੋਈ ਟਰਾਂਸਫਰ ਨਹੀਂ ਹੋ ਰਿਹਾ ਤਾਂ ਆਪਾਂ ਕਲੋਜ਼ ਸਿਸਟਮ ਦੀ ਐਗਜਾਮਪਲ ਹੋ ਗਈ। ਆਈਸੋਲੇਟਡ ਸਿਸਟਮ ਕਿਹੜਾ ਹੁੰਦਾ ਗਾ ਜਿਹਦੇ ਵਿੱਚ ਮੈਟਰ ਅਤੇ ਐਨਰਜੀ ਦੋਨੇ ਨਾ ਐਕਸਚੇਂਜ ਹੋਣ। ਜਿਵੇਂ ਆਪਾਂ ਕੋਈ ਥਰਮੋਫਲਾਸਕ ਹੁੰਦੀ ਆ ਉਹਦੇ ਵਿੱਚ ਜਿਹੜਾ ਵੀ ਆਪਾਂ ਕੋਈ ਚਾਹ ਵਗੈਰਾ ਰੱਖਦੇ ਹਾਂ ਤਾਂ ਉਹ ਕਿੰਨਾ ਚਿਰ ਹੋਣੀ ਹੁੰਦੀ ਤਾਂ ਉਹ ਕੀ ਹੈ ਕਾਹਦੀ ਐਗਜਾਮਪਲ ਆਈਸੋਲੇਟਡ ਸਿਸਟਮ ਦੀ। ਇੱਕ ਗੱਲ ਇੱਥੇ ਹੋਰ ਨੋਟ ਕਰ ਕੋਈ ਵੀ ਸਿਸਟਮ ਫੁੱਲੀ ਆਈਸੋਲੇਟਡ ਨਹੀਂ ਹੋ ਸਕਦਾ। ਜਿਹਨੂੰ ਆਪਾਂ ਚਾਹ ਰੱਖਦੇ ਥਰਮੋਫਲਾਸਕ 'ਚ ਕੁਛ ਨਾ ਕੁਛ ਟਾਈਮ ਬਾਅਦ ਤਾਂ ਕੀ ਹੋ ਜਾਂਦੀ ਆ ਉਹ ਹੋ ਜਾਂਦਾ। ਤਾਂ ਕੋਈ ਵੀ ਸਿਸਟਮ ਆ ਜਿਹੜਾ ਉਹ ਫੁੱਲੀ ਆਈਸੋਲੇਟਡ ਨਹੀਂ ਹੋ ਸਕਦਾ। ਨੈਕਸਟ ਹੈਗਾ ਹੋਮੋਜੀਨੀਅਸ ਸਿਸਟਮ ਜਿਸ 'ਚ ਇੱਕ ਸਿੰਗਲ ਫੇਸ ਹੋਵੇ ਜਾਂ ਇੱਕ ਹੀ ਸਿੰਗਲ ਫੇਸ ਹੋਵੇ ਉਹਨੂੰ ਤਾਂ ਆਪਾਂ ਕਹਿੰਦੇ ਹੋਮੋਜੀਨੀਅਸ ਉਹਨੂੰ ਤਾਂ ਕਹਿੰਦੇ ਆਪਾਂ ਹੋਮੋਜੀਨੀਅਸ ਸਿਸਟਮ। ਹੈਟਰੋਜੀਨੀਅਸ ਜਿਹਦੇ ਅਲੱਗ-ਅਲੱਗ ਵਾਲੇ ਫੇਸ ਹੋਣ ਜਿਵੇਂ ਦੋ ਅਲੱਗ-ਅਲੱਗ ਲਿਕੁਇਡ ਗਏ ਇੱਕ ਲਿਕੁਇਡ ਕਹਿੰਦਾ ਵੈਪਰ ਗਾ। ਬਾਊਂਡਰੀ ਕਹਿੰਦਾ ਜਿਹੜੇ ਸਿਸਟਮ ਅਤੇ ਸਰਾਊਂਡਿੰਗ ਨੂੰ ਦੋਨਾਂ ਨੂੰ ਕੀ ਕਰੇ ਅਲੱਗ ਕਰੇ। ਇਹ ਕੀ ਹੋ ਸਕਦੀ ਆ ਇਮੇਜਨਰੀ ਵੀ ਹੋ ਸਕਦੀ ਆ ਅਤੇ ਰੀਅਲ ਵੀ ਹੋ ਸਕਦੀ ਆ। ਬਾਊਂਡਰੀ ਕੀ ਰੀਅਲ ਵੀ ਹੋ ਸਕਦੀ ਹੈ ਅਤੇ ਹਾਈਪੋਥੈਟੀਕਲ ਦਾ ਮਤਲਬ ਕੀ ਹੁੰਦਾ ਇਮੇਜਨਰੀ। ਜਿਹੜੀ ਰੀਅਲ ਬਾਊਂਡਰੀ ਹੁੰਦੀ ਆ ਉਹਨੂੰ ਆਪਾਂ ਕਹਿੰਦੇ ਹਾਂ ਬੋਲ ਕਹਿੰਦੇ ਹਾਂ। ਅਤੇ ਕੀ ਹੁੰਦੀ ਆ ਰਿਗਡ ਹੁੰਦੀ ਆ ਜਿਹਨੂੰ ਆਪਾਂ ਵੀ ਆਹ ਨਹੀਂ ਕਰ ਸਕਦੇ।
ਤਾਂ ਹੁਣ ਬੋਲਸ ਦੀਆਂ ਟਾਈਪ ਕਿਹੜੀਆਂ, ਇੱਕ ਤਾਂ ਪਹਿਲੀ ਤਾਂ ਹੈਗੀ ਆ ਰਿਗਡ ਬੋਲ। ਤਾਂ ਬੋਲ ਕੀ ਇਮੂਵੇਬਲ ਹੁੰਦੀ ਹੈ, ਆਪਾਂ ਮੂਵ ਨਹੀਂ ਕਰ ਸਕਦੇ ਹੈਗੇ। ਤਾਂ ਵਰਕ ਕਿੰਨਾ ਹੋਊਗਾ, 0 ਹੋਊਗਾ। ਜਿਵੇਂ ਹੁਣ ਆਪਾਂ ਕੋਈ ਵੀ ਆਪਾਂ ਕੰਧ ਹੁੰਦੀ ਆ ਕੋਈ, ਉਹਨੂੰ ਆਪਾਂ ਧੱਕਾ ਮਾਰਾਂਗੇ ਉਹਨੂੰ ਮੂਵ ਤਾਂ ਨਹੀਂ ਕਰ ਸਕਦੇ, ਤਾਂ ਉਹ ਇਮੂਵੇਬਲ ਹੁੰਦੀ ਆ। ਨੋਨ ਰਿਗਡ ਹੁੰਦੀ ਆ ਜਿਹੜੀ, ਜਿਹਨੂੰ ਆਪਾਂ ਮੂਵ ਕਰ ਸਕਦੇ ਹਾਂ। ਜਿਹ 'ਚ ਕੀ ਆ ਜਿਹੜਾ ਵਰਕ ਆ ਉਹ ਕੀ ਆ 0 ਦੇ ਬਰਾਬਰ ਨਾ ਹੋਵੇ। ਇਦੋਂ ਬਾਅਦ ਆ ਗਈ ਐਡੀਆਬੈਟਿਕ ਬਾਲ, ਜਿਸ 'ਚ ਹੀਟ ਦਾ ਐਕਸਚੇਂਜ ਹੁੰਦਾ ਬਾਲ ਦੇ ਅਕਰੋਸ। ਡਾਇਥਰਮਿਕ ਹੁੰਦੇ ਜਿਸ 'ਚ ਹੀਟ ਕੈਨ ਵੀ ਐਕਸਚੇਂਜ ਅਕਰੋਸ ਦੀ ਬਾਲ। ਤਾਂ ਨੈਕਸਟ ਆ ਗਿਆ ਫੇਸ। ਜਿਹੜੇ ਟਰਮ ਫੇਸ ਹੈਗਾ ਇਹਦਾ ਕੀ ਹੋਮੋਜੀਨੀਅਸ ਫਿਜ਼ੀਕਲ ਡਿਸਟੈਂਟ ਪਾਰਟ ਹੈਗਾ ਸਿਸਟਮ ਦਾ, ਜਿਹੜਾ ਬੌਂਡ ਹੁੰਦਾ ਇੱਕ ਸਰਫੇਸ ਨਾਲ ਅਤੇ ਇਹਨੂੰ ਸੈਪਰੇਟ ਕਰ ਸਕਦਾ ਮੈਥੇਮੈਟਿਕਲੀ ਦੂਜੇ ਪਾਰਟ ਨਾਲ। ਜਿਹੜੀ ਸਿਸਟਮ ਦੀ ਸਟੇਟ ਹੈਗਾ ਉਹ ਕਾਹਤੇ ਡਿਪੈਂਡ ਕਰਦੀ ਹੁੰਦੀ ਆ, ਪੀ ਬੀ ਅਤੇ ਟੀ 'ਤੇ। ਹੁਣ ਆਪਾਂ ਨੈਕਸਟ ਪੜ੍ਹਾਂਗੇ ਆਪਣਾ ਇੰਪੋਰਟੈਂਟ ਹੈਗਾ ਜਿਹੜਾ ਸਟੇਟ ਵੇਰੀਏਬਲਸ। ਅਤੇ ਜਿਹੜਾ ਸਟੇਟ ਵੇਰੀਏਬਲ ਨੂੰ ਆਪਾਂ ਡਿਟਰਮਾਈਨ ਕਰਨ ਤੋਂ ਪਹਿਲਾਂ ਉਹਦੀਆਂ ਅਲੱਗ-ਅਲੱਗ ਮੇਜਰੇਬਲ ਕੁਆਂਟਿਟੀ ਨੂੰ ਉਹ ਕਰਾਂਗੇ। ਥਰਮੋਡਾਇਨਮਿਕ ਵੇਰੀਏਬਲ ਨੇ ਜਿਹੜੇ ਦੋ ਫਿਕਸ ਸਟੇਟ ਹੁੰਦੀ ਹੈ ਜਾਂ ਚੇਂਜ, ਜਿਹੜਾ ਸਿਸਟਮ ਹੈਗਾ ਉਹਨੂੰ ਆਪਾਂ ਕੀ ਹੈ 4 ਵੇਰੀਏਬਲ ਕੀ ਆ, ਪ੍ਰੈਸ਼ਰ, ਟੈਂਪਰੇਚਰ, ਵੋਲੀਅਮ ਅਤੇ ਕੰਪੋਜੀਸ਼ਨ ਹਿਸਾਬ ਨਾਲ ਕਰ ਸਕਦੇ ਹਾਂ। ਜਿਹੜੇ ਦੋ ਫਿਕਸ ਸਟੇਟਾਂ ਹੁੰਦੀਆਂ ਚੇਂਜ ਹੋ ਜਾਏਗੀ ਵੈਲਿਊ ਦੇ ਸਟੇਟ ਫੰਕਸ਼ਨ ਦੇ ਸੇਮ ਹੁੰਦੀ ਹੈ ਜਿਹੜੀ ਪਾਥ ਕਨੈਕਸ਼ਨ ਦੇ ਵਿੱਚ ਹੁੰਦੀ ਆ। ਤਾਂ ਹੁਣ ਆਪਾਂ ਕੁਛ ਨੁਮੈਰੀਕਲ ਕਰਦੇ ਹਾਂ ਵੀ ਸਟੇਟ ਬੇਸ 'ਤੇ। ਤਾਂ ਪਹਿਲਾ ਹੈਗਾ ਗਾ ਵਿੱਚ ਵਨ ਇਜ਼ ਦਾ ਫੋਲੋਇੰਗ ਇਜ਼ ਨਾਟ ਸਟੇਟ ਫੰਕਸ਼ਨ ਨਹੀਂ ਹੈਗਾ ਕਿਹੜਾ। ਤਾਂ ਆਪਾਂ ਨੂੰ ਪਤਾ ਇੰਟਰਨਲ ਐਨਰਜੀ ਵੀ ਹੈਗੀ ਆ, ਵੋਲੀਅਮ ਵੀ ਹੈਗਾ, ਹੀਟ ਨਹੀਂ ਹੈਗੀ ਸਟੇਟ ਫੰਕਸ਼ਨ। ਵੈਨ ਨੋ ਹੀਟ ਐਨਰਜੀ ਅਲਾਉਡ ਟੂ ਐਂਟਰ ਔਰ ਲੀਵ ਦਾ ਰੂਮ, ਜੇ ਕੋਈ ਵੀ ਆਪਾਂ ਹੀਟ ਐਨਰਜੀ ਨਾ ਤਾਂ ਐਂਟਰ ਕਰ ਰਹੀ ਹੈ ਜਾਂ ਨਾ ਲੀਵ ਕਰ ਰਹੀ ਹੈ ਸਿਸਟਮ, ਤਾਂ ਇਹਨੂੰ ਆਪਾਂ ਕਿਹੜਾ ਸਿਸਟਮ ਕਹਾਂਗੇ, ਐਡੀਆਬੈਟਿਕ ਪ੍ਰੋਸੈਸ ਕਹਾਂਗੇ। ਇੰਟੈਂਸਿਵ ਪ੍ਰੋਪਰਟੀ ਅਤੇ ਐਕਸਟੈਂਸਿਵ ਪ੍ਰੋਪਰਟੀ ਬਾਰੇ ਆਪਾਂ ਅੱਗੇ ਪੜ੍ਹਾਂਗੇ। ਅਤੇ ਇੱਕ ਵਾਰੀ ਸਮਝ ਲੈਣਾ ਇੰਟੈਂਸਿਵ ਪ੍ਰੋਪਰਟੀ ਕਿਹੜੀ ਨਹੀਂ ਹੈਗੀ ਇਹਨਾਂ 'ਚ, ਆਹ ਸਾਰੀਆਂ ਕਿਹੜੀਆਂ ਗੀਆਂ ਐਕਸਟੈਂਸਿਵ ਪ੍ਰੋਪਰਟੀ ਨਹੀਂ ਹੈਗੀਆਂ ਜਿਹੜੀਆਂ ਮੈਟਰ 'ਤੇ ਡਿਪੈਂਡ ਕਰਨੀਆਂ, ਆਪਾਂ ਅੱਗੇ ਜਾ ਕੇ ਪੜ੍ਹਾਂਗੇ। ਪਹਿਲਾਂ ਆਪਾਂ ਫੇਰ ਉਹ ਕਰਾਂ ਇਹ ਥਰਮੋਡਾਇਨਮਿਕ ਸਟੇਟ, ਇਹ ਕਿਹੜੀ ਥਰਮੋਡਾਇਨਮਿਕ ਸਟੇਟ ਫੰਕਸ਼ਨ ਗਾ, ਇਹ ਕੁਆਂਟਿਟੀ ਹੈ ਜਿਹਦੀ ਵੈਲਿਊ ਡਿਪੈਂਡ ਕਰਦੀ ਆ ਸਟੇਟ ਆਫ ਦੀ ਫੰਕਸ਼ਨ 'ਤੇ। ਹੁਣ ਪਾਥ ਫੰਕਸ਼ਨ ਕਿਹੜੇ ਹੁੰਦੇ ਆ, ਜਾਂ ਵੈਲਿਊ ਪਾਥ ਫੰਕਸ਼ਨ ਡਿਪੈਂਡ ਕਰਦੀ ਆ ਕਨੈਕਸ਼ਨ ਬਿਟਵੀਨ ਦੋ ਸਟੇਟਸ। ਇਹ ਕੀ ਇਨਫਾਈਨਾਈਟ ਵੈਲਿਊ ਹੁੰਦੀ ਆ ਪਾਥ ਦੇ ਵਿੱਚ ਦੋ ਸਟੇਟਾਂ ਵਿੱਚ। ਪਾਥ ਫੰਕਸ਼ਨ ਨੂੰ ਆਪਾਂ ਕਹਿੰਦੇ ਇਨਡੈਫੀਨਿਟ ਕੁਆਂਟਿਟੀ ਵੀ ਕਹਿ ਸਕਦੇ ਕਿਉਂਕਿ ਇਹ ਅਲੱਗ-ਅਲੱਗ ਪਾਥ 'ਤੇ ਡਿਪੈਂਡ ਕਰਦੀਆਂ। ਅਤੇ ਹੀਟ ਅਤੇ ਵਰਕ ਕੀ ਆ, ਦੋ ਇੰਪੋਰਟੈਂਟ ਪਾਥ ਹੋ ਗਏ, ਹੀਟ ਅਤੇ ਵਰਕ ਆ ਜੁੜਨੇ ਕੀ ਆ ਪਾਥ 'ਤੇ ਡਿਪੈਂਡ ਕਰਦੇ ਆ। ਤਾਂ ਨੈਕਸਟ ਆ ਗਿਆ ਆਪਣਾ ਇੰਪੋਰਟੈਂਟ ਟੋਪਿਕ ਐਕਸਟੈਂਸਿਵ ਪ੍ਰੋਪਰਟੀ ਅਤੇ ਇੰਟੈਂਸਿਵ ਪ੍ਰੋਪਰਟੀ। ਉਹ ਪ੍ਰੋਪਰਟੀਆਂ ਜਿਹੜੀਆਂ ਡਿਪੈਂਡ ਕਰਦੀਆਂ ਅਮਾਊਂਟ ਆਫ ਦੀ ਸਬਸਟੈਂਸ, ਮੈਟਰ 'ਤੇ ਡਿਪੈਂਡ ਕਰਦੀਆਂ, ਉਹਨਾਂ ਦਾ ਕਹਿੰਦੇ ਐਕਸਟੈਂਸਿਵ ਪ੍ਰੋਪਰਟੀ। ਜਿਵੇਂ ਮਾਸ ਹੋ ਗਿਆ, ਵੋਲੀਅਮ ਹੋ ਗਿਆ, ਜਿਵੇਂ ਆਪਾਂ 5 ਕਿਲੋ ਕਹਿ ਦਈਏ ਚੀਜ਼ ਤਾਂ ਉਹ 5 ਕਿਲੋ ਆ, ਤਾਂ 10 ਕਿਲੋ ਕਹਿ ਦਈਏ ਤਾਂ ਮਾਸ 'ਤੇ ਡਿਪੈਂਡ ਕਰੂਗੀ ਨਾ। ਤਾਂ ਇਹ ਸਾਰੀਆਂ ਪ੍ਰੋਪਰਟੀਆਂ ਹੋ ਗਈਆਂ ਐਕਸਟੈਂਸਿਵ। ਹੀਟ ਕਪੈਸਿਟੀ ਹੋ ਗਈ, ਇੰਟਰਨਲ ਐਨਰਜੀ ਹੋ ਗਈ, ਐਂਟਰੋਪੀ ਹੋ ਗਈ। ਤਾਂ ਇਹ ਸਾਰੀਆਂ ਪ੍ਰੋਪਰਟੀਆਂ ਕਿਹੜੀਆਂ ਹੈਗੀਆਂ ਐਕਸਟੈਂਸਿਵ ਪ੍ਰੋਪਰਟੀਆਂ ਹੈਗੀਆਂ। ਅਤੇ ਉਵੇਂ ਇੰਟੈਂਸਿਵ ਪ੍ਰੋਪਰਟੀਆਂ ਕਿਹੜੀਆਂ ਹੁੰਦੀਆਂ ਜਿਹੜੀਆਂ ਕੀ ਆ ਅਮਾਊਂਟ ਆਫ ਦੀ ਸਬਸਟੈਂਸ 'ਤੇ ਕੀ ਕਰਦੀਆਂ, ਉਹ ਡਿਪੈਂਡ ਨਹੀਂ ਕਰਦੀਆਂ। ਜਿਹੜੀਆਂ ਇੰਡੀਪੈਂਡੈਂਟ ਹੁੰਦੀਆਂ ਗੀਆਂ ਅਮਾਊਂਟ ਆਫ ਦੀ ਸਬਸਟੈਂਸ ਪ੍ਰੈਜੈਂਟ, ਜਿਵੇਂ ਪ੍ਰੈਸ਼ਰ ਹੋ ਗਿਆ, ਡੈਂਸਿਟੀ ਹੋ ਗਈ, ਟੈਂਪਰੇਚਰ ਹੋ ਗਿਆ, ਸਰਫੇਸ ਟੈਂਸ਼ਨ ਹੋ ਗਿਆ। ਤਾਂ ਹੁਣ ਇੱਥੇ ਇੱਕ ਚੀਜ਼ ਹੋਰ ਨੋਟ ਕਰਨੀ, ਜੇ ਐਕਸਟੈਂਸਿਵ ਪ੍ਰੋਪਰਟੀ ਨੂੰ ਐਕਸਟੈਂਸਿਵ ਪ੍ਰੋਪਰਟੀ ਨਾਲ ਡਿਵਾਈਡ ਕਰਾਂਗੇ ਤਾਂ ਉਹ ਕਿਹੜੀ ਪ੍ਰੋਪਰਟੀ ਬਣ ਜਾਂਦੀ ਆ ਇੰਟੈਂਸਿਵ। ਜਿਵੇਂ ਹੁਣ ਆਪਾਂ ਡੈਂਸਿਟੀ ਲਾ ਲਈਏ, ਡੈਂਸਿਟੀ ਦੀ ਐਗਜ਼ਾਮਪਲ ਹੀ ਲਾ ਲਈਏ, ਤਾਂ ਉਹ ਕੀ ਹੁੰਦਾ ਗਾ ਮਾਸ ਅਪੋਨ ਵੋਲੀਅਮ। ਤਾਂ ਮਾਸ ਵੀ ਕੀ ਆ ਐਕਸਟੈਂਸਿਵ ਪ੍ਰੋਪਰਟੀ ਆ, ਅਤੇ ਵੋਲੀਅਮ ਵੀ ਕੀ ਆ ਐਕਸਟੈਂਸਿਵ ਪ੍ਰੋਪਰਟੀ ਆ। ਤਾਂ ਡੈਂਸਿਟੀ ਪਰ ਕੀ ਆ ਇੰਟੈਂਸਿਵ ਪ੍ਰੋਪਰਟੀ। ਜੇ ਦੋ ਐਕਸਟੈਂਸਿਵ ਨੂੰ ਐਕਸਟੈਂਸਿਵ ਨਾਲ ਡਿਵਾਈਡ ਕਰਾਂਗੇ ਤਾਂ ਐਕਸਟੈਂਸਿਵ ਨੂੰ ਐਕਸਟੈਂਸਿਵ ਨਾਲ ਡਿਵਾਈਡ ਕਰਾਂਗੇ ਤਾਂ ਉਹ ਕਿਹੜੀ ਪ੍ਰੋਪਰਟੀ ਬਣ ਜੂਗੀ ਇੰਟੈਂਸਿਵ ਪ੍ਰੋਪਰਟੀ ਬਣ ਜੂਗੀ। ਇਹ ਗੱਲ ਵੀ ਯਾਦ ਰੱਖਣੀ।
ਤਾਂ ਨੈਕਸਟ ਆ ਗਿਆ ਥਰਮੋਡਾਇਨਮਿਕ ਇਕੁਲਿਬਰੀਅਮ। ਇਹ ਡੀਲ ਕਰਦਾ ਇਕੁਲਿਬਰੀਅਮ ਸਟੇਟ ਆਫ ਦੀ ਸਿਸਟਮ, ਜਿਹੜੇ ਸਟੇਟ ਵੇਰੀਏਬਲ ਹੁੰਦਾ ਯੂਨੀਫਾਰਮ ਹੁੰਦਾ ਤੇ ਕਾਂਸਟੈਂਟ ਹੁੰਦਾ, ਵੀ ਕੋਈ ਵੀ ਚੇਂਜ ਨਾ ਹੋਵੇ ਸਟੇਟ ਵੇਰੀਏਬਲ ਦੇ ਵਿੱਚ। ਤੇ ਕਹਾਂ ਹੁੰਦਾ ਇੱਕ ਤਾਂ ਹੁੰਦਾ ਮਕੈਨੀਕਲ, ਇੱਕ ਹੁੰਦਾ ਕੈਮੀਕਲ। ਕੋਈ ਵੀ ਮਾਈਕਰੋਸਕੋਪਿਕ ਮੂਵਮੈਂਟ ਨਾ ਹੋਵੇ, ਇਹਨੂੰ ਤਾਂ ਆਪਾਂ ਕਹਾਂਗੇ ਮਕੈਨੀਕਲ। ਜਿਹੜਾ ਇੱਕ ਸਿਸਟਮ ਆ ਇੱਕ ਤੋਂ ਜ਼ਿਆਦਾ ਸਬਸਟੈਂਸ ਹੁੰਦਾ, ਕੰਪੀਟੀਸ਼ਨ ਕੀ ਹੈ ਟਾਈਮ ਨਾਲ ਵੇਰੀ ਨਾ ਕਰੇ, ਤਾਂ ਇਹਨੂੰ ਕਹਾਂਗੇ ਆਪਾਂ ਕੈਮੀਕਲ। ਥਰਮਲ ਦੇ ਵਿੱਚ ਇਹਦਾ ਟੈਂਪਰੇਚਰ ਕੀ ਆ ਸਾਰੇ ਸਿਸਟਮ ਦਾ ਕੀ ਰਹੇ ਸੇਮ ਰਹੇ, ਤਾਂ ਉਹਨੂੰ ਆਪਾਂ ਕਹਾਂਗੇ ਥਰਮਿਕ ਇਕੁਲਿਬਰੀਅਮ। ਤਾਂ ਸਟੇਟ ਦੀ ਜਿਹੜੀ ਸਟੇਟ ਦੀ ਇਕੁਏਸ਼ਨ ਆਫ ਸਟੇਟ ਉਹ ਡਿਪੈਂਡ ਕਰਦੀ ਹੁੰਦੀ ਹੈ ਕਿ ਪ੍ਰੈਸ਼ਰ 'ਤੇ, ਵੋਲਿਊਮ 'ਤੇ, ਟੈਂਪਰੇਚਰ 'ਤੇ ਨੰਬਰ ਆਫ ਮੋਲਸ 'ਤੇ, ਜੇ ਕਾਹਦੇ ਬਰਾਬਰ 0 ਅਤੇ ਇਹਨੂੰ ਆਪਾਂ ਕਹਾਂਗੇ ਇਕੁਏਸ਼ਨ ਆਫ ਸਟੇਟ। ਬਸ ਇਹ ਯਾਦ ਹੀ ਰੱਖਣਾ। ਅਤੇ ਆਈਡੀਅਲ ਗੈਸ ਦੀ ਇਕੁਏਸ਼ਨ ਕੀ ਹੁੰਦੀ ਆ, PV = nRT। P 'ਤੇ ਪ੍ਰੈਸ਼ਰ, V 'ਤੇ ਵੋਲਿਊਮ, N 'ਤੇ ਨੰਬਰ ਆਫ ਮੋਲਸ, R ਕੀ ਆ ਯੂਨੀਵਰਸਲ ਕਾਂਸਟੈਂਟ ਆ, T 'ਤੇ ਕੀ ਆ ਟੈਂਪਰੇਚਰ, R ਇਜ ਕੀ ਆ ਗੈਸ ਕਾਂਸਟੈਂਟ ਆ। ਹੁਣ ਇੱਕ ਨੈਕਸਟ ਵੀ ਯਾਦ ਰੱਖ ਲੈਣਾ, ਜਿਹੜੇ ਵੰਡਰਵਾਲ ਇਕੁਏਸ਼ਨ ਕੀ ਆ, ਤਾਂ ਪਹਿਲਾਂ ਵਾਲੀ ਇਕੁਏਸ਼ਨ ਤਾਂ ਆਪਾਂ ਲਿਖਦੇ PV = nRT, P + A n² B - NV = nRT। ਬਸ ਸਿੱਧੀ ਇਕੁਏਸ਼ਨ ਯਾਦ ਰੱਖਣੀ, ਇਹ ਆਪਾਂ ਉਹ ਨਹੀਂ ਕਰਨੀ ਵੀ ਕਿਵੇਂ ਬਣੀ ਇਕੁਏਸ਼ਨ, ਕਿਉਂਕਿ ਪੇਪਰ 'ਚ ਆਪਾਂ ਨੂੰ ਇੰਨਾ ਡਕਾਈ ਨਾਲ ਨਹੀਂ ਪੁੱਛਦਾ, ਸਿੱਧੀ ਆ ਇਕੁਏਸ਼ਨ ਯਾਦ ਕਰ ਲੈਣੀ ਆ। ਜੇ ਉਹ ਪੜ੍ਹਨੀ ਆ ਵੀ ਤੁਸੀਂ ਕਿਵੇਂ ਬਣੀ ਤਾਂ ਕਲਾਸ 11 ਦੀ ਬੁੱਕ 'ਤੇ ਹੈਗੀ ਆ, ਤਾਂ ਉੱਥੋਂ ਕਰ ਸਕਦੇ ਹੋ, ਜਾਂ ਕਮੈਂਟ ਕਰ ਦਿਓ, ਅਗਲੀ ਵੀਡੀਓ 'ਚ ਉਹ ਵੀ ਦੱਸ ਦੇਣਗੇ ਕਿਵੇਂ ਬਣੀ। ਹੁਣ ਅੱਗੇ ਆਪਾਂ ਪੜ੍ਹਦੇ ਹਾਂ ਪ੍ਰੋਸੈਸ। ਐਨੀਥਿੰਗ ਵਿੱਚ ਜਿਹੜੀ ਕੋਈ ਵੀ ਚੀਜ਼ ਹੈ ਜਿਹੜੀ ਸਟੇਟ ਆਫ ਸਿਸਟਮ ਨੂੰ ਚੇਂਜ ਕਰਦੀ ਹੈ, ਉਹਨੂੰ ਆਪਾਂ ਕੀ ਕਹਿੰਦੇ ਹਾਂ ਪ੍ਰੋਸੈਸ ਕਹਿੰਦੇ ਹਾਂ। ਯੂਜਲੀ ਐਜ਼ ਅ ਰਿਜ਼ਲਟ ਆਫ ਹੀਟ ਐਂਡ ਵਰਕ, ਹੀਟ ਜਾਂ ਵਰਕ ਦੇ ਕਰਕੇ ਚੇਂਜ ਹੋਵੇ। ਅਤੇ ਪਾਥ ਹੁੰਦਾ ਕਿ ਜਿਹੜੇ ਪਾਥ ਰਾਹੀਂ ਉਹ ਚੇਂਜ ਹੋ ਰਹੀ ਆ, ਰਿਵਰਸੀਬਲ ਪਾਥ ਹੈ ਜਾਂ ਇਰੀਵਰਸੀਬਲ। ਰਿਵਰਸੀਬਲ ਦਾ ਮਤਲਬ ਹੁੰਦਾ ਵੀ ਉਹ ਚੀਜ਼ ਦੁਬਾਰੇ ਬਣ ਸਕਦੀ ਆ, ਇਰੀਵਰਸੀਬਲ ਦਾ ਮਤਲਬ ਹੁੰਦਾ ਕਿ ਉਹ ਚੀਜ਼ ਦੁਬਾਰੇ ਨਹੀਂ ਬਣ ਸਕਦੀ। ਤਾਂ ਹੁਣ ਆਪਾਂ ਕੁਛ ਥਰਮੋਡਾਇਨਮਿਕ ਐਸੋਥਰਮਲ 'ਚ ਕੀ ਹੁੰਦਾ ਗਾ ਟੈਂਪਰੇਚਰ ਕੀ ਹੁੰਦਾ ਗਾ ਕਾਂਸਟੈਂਟ ਹੁੰਦਾ ਗਾ। ਐਸੋਬਾਰਿਕ 'ਚ ਹੁੰਦਾ ਕਿ ਪ੍ਰੈਸ਼ਰ ਕਾਂਸਟੈਂਟ ਹੁੰਦਾ ਗਾ। ਐਡੀਆਬੈਟਿਕ ਪ੍ਰੋਸੈਸ 'ਚ ਕੀ ਹੁੰਦਾ ਕੋਈ ਵੀ ਹੀਟ ਤੱਕ ਚੇਂਜ ਨਹੀਂ ਹੁੰਦਾ ਹੈਗਾ, ਤਾਂ ਐਡੀਆਬੈਟਿਕ ਪ੍ਰੋਸੈਸ ਕਹਾਂਗੇ ਇਹਨੂੰ ਆਪਾਂ ਐਸੋਲੇਟਰ। ਐਸੋਕੋਰਿਕ 'ਚ ਕੀ ਹੁੰਦਾ ਗਾ ਜਿਹੜਾ ਵੋਲਿਊਮ ਆ ਉਹ ਕੀ ਰਹੂਗਾ ਕਾਂਸਟੈਂਟ ਰਹੂਗਾ। ਜਿਵੇਂ ਹੀਟਿੰਗ ਕੋਈ ਗੈਸ ਨੂੰ ਹੀਟ ਕਰ ਰਹੇ ਕਲੋਜ਼ ਵੈਸਲ ਦੇ ਵਿੱਚ, ਤਾਂ ਉਹ ਗੈਸ ਤਾਂ ਬਾਹਰ ਨਹੀਂ ਜਾ ਰਹੀ, ਤਾਂ ਉਹਦਾ ਵੋਲਿਊਮ ਕੀ ਰਹੂਗਾ ਸੇਮ ਰਹੂਗਾ। ਤਾਂ ਦੁਬਾਰਾ ਕਿ ਸਾਈਕਲਿਕ ਪ੍ਰੋਸੈਸ, ਜੇ ਇੱਕ ਸੀਰੀਜ਼ ਆਫ ਅਲੱਗ-ਅਲੱਗ ਪ੍ਰੋਸੈਸ ਪੂਰੇ ਕਰਕੇ ਆਪਦੀ ਇਨੀਸ਼ੀਅਲ ਸਟੇਟ 'ਤੇ ਆਏ ਤਾਂ ਉਹਨੂੰ ਆਪਾਂ ਸਾਈਕਲਿਕ ਪ੍ਰੋਸੈਸ ਕਹਾਂਗੇ। ਵੀ ਕੋਈ ਵੀ ਚੀਜ਼ ਇੱਥੋਂ ਸ਼ੁਰੂ ਹੋਈ ਆ ਤਾਂ ਉੱਥੇ ਹੀ ਵਾਪਸ ਫੇਰ ਆ ਜੇ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਸਾਈਕਲਿਕ ਪ੍ਰੋਸੈਸ ਕਹਿੰਦੇ ਹਾਂ। ਤਾਂ ਨੈਕਸਟ ਹੈਗਾ ਪੋਲੀਟ੍ਰੋਪਿਕ ਪ੍ਰੋਸੈਸ। ਇਹ 'ਚ ਕੀ ਹੁੰਦਾ PV ਕੀ ਹੋਵੇ ਕਾਂਸਟੈਂਟ ਹੋਵੇ, ਤਾਂ ਇਹਨੂੰ ਆਪਾਂ ਕਹਿੰਦੇ ਹਾਂ ਪੋਲੀਟੈਡਿਕ। ਇਹ ਗਾਹਾਂ ਅਲੱਗ-ਅਲੱਗ ਦੋ ਤਰ੍ਹਾਂ ਦੀਆਂ, ਇੱਕ ਤਾਂ ਹੁੰਦਾ ਰਿਵਰਸੀਬਲ, ਇੱਕ ਇਰੀਵਰਸੀਬਲ ਹੁੰਦਾ। ਰਿਵਰਸੀਬਲ 'ਚ ਕਿਹੜੀ ਹੁੰਦੀ ਆ ਜੋ ਡਰਾਈਵਿੰਗ ਫੋਰਸ ਆ, ਤਾਂ ਅਪੋਜਿੰਗ ਫੋਰਸ ਹੁੰਦੀ ਆ ਸਮਾਲ ਹੁੰਦੀ ਆ, ਅਤੇ ਪ੍ਰੋਸੈਸ ਕੀ ਆ ਸਲੋਲੀ ਹੋਵੇ, ਤਾਂ ਇਹ ਪ੍ਰੋਸੈਸ ਨੂੰ ਕਹਾਂਗੇ ਆਪਾਂ ਰਿਵਰਸੀਬਲ ਪ੍ਰੋਸੈਸ ਕਹਾਂਗੇ। ਇਹ ਰਿਵਰਸੀਬਲ ਪ੍ਰੋਸੈਸ ਨੂੰ ਆਪਾਂ ਕੁਆਜ਼ੀ-ਸਟੈਟਿਕ ਪ੍ਰੋਸੈਸ ਵੀ ਕਹਿੰਦੇ ਹਾਂ। ਅਤੇ ਸਿਸਟਮ ਦੇ ਸਰਾਊਂਡਿੰਗ ਕੀ ਆ ਇਕੁਲਿਬਰੀਅਮ ਦੇ ਵਿੱਚ ਰਹਿੰਦੇ ਪ੍ਰੋਸੈਸ ਦੇ ਵਿੱਚ, ਇਹਦੇ ਵਿੱਚ। ਤਾਂ ਹੁਣ ਇਹਨਾਂ ਵਿੱਚ ਆਪਾਂ ਡਿਫਰੈਂਸ ਦੇਖ ਸਕਦੇ ਹਾਂ। ਰਿਵਰਸੀਬਲ 'ਚ ਡਰਾਈਵਿੰਗ ਫੋਰਸ ਕੀ ਹੁੰਦੀ ਆ ਸਮਾਲ ਹੁੰਦੀ ਆ, ਇਹ 'ਚ ਕੀ ਹੁੰਦੀ ਆ ਲਾਰਜ ਅਤੇ ਫਾਈਨਾਈਟ ਹੁੰਦੀ ਆ। PV ਇਜ਼ ਡਨ ਅਕਰੋਸ ਪ੍ਰੈਸ਼ਰ ਡਿਫਰੈਂਸ ਦੇ ਨਾਲ ਹੁੰਦਾ ਗਾ, ਇਹ 'ਚ ਕੀ ਹੁੰਦਾ ਗਾ ਪ੍ਰੈਸ਼ਰ ਡਿਫਰੈਂਸ ਦੇ। ਟੈਂਪਰੇਚਰ ਦੇ ਅਕਰੋਸ ਹੁੰਦੀ ਆ, ਇਹਦੇ ਵਿੱਚ ਡੈਲਟਾ T ਨਾਲ ਹੁੰਦੀ ਆ। ਆਈਡੀਅਲ ਪ੍ਰੋਸੈਸ ਆ, ਇਹ ਕੀ ਆ ਰੀਅਲ ਪ੍ਰੋਸੈਸ ਆ, ਇਹਨੂੰ ਇਨਫਾਈਨਾਈਟ ਟਾਈਮ ਲੱਗਦਾ, ਇਹਨੂੰ ਫਾਈਨਾਈਟ ਟਾਈਮ ਲੱਗਦਾ ਗਾ। ਇਹ ਇਮੇਜਨਰੀ ਪ੍ਰੋਸੈਸ ਆ, ਇਹ ਕਿਹੜੀ ਆ ਨੈਚੁਰਲ ਪ੍ਰੋਸੈਸ ਆ। ਤਾਂ ਹੀ ਇਹਨਾਂ ਦੇ ਵਿੱਚ ਡਿਫਰੈਂਸ ਗਏ। ਨੈਕਸਟ ਆਪਾਂ ਗੱਲ ਕਰਨੀ ਹੈ ਹੀਟ ਅਤੇ ਵਰਕ ਦੀ। ਹੀਟ ਅਤੇ ਵਰਕ ਦੋਨੇ ਕੀ ਆ ਐਨਰਜੀ ਦੇ ਮੋਡ ਕੇ ਟਰਾਂਸਫਰ ਹੁੰਦੀ ਹੈ ਸਿਸਟਮ ਅਤੇ ਸਰਾਊਂਡਿੰਗ ਦੇ ਵਿੱਚ। ਤਾਂ ਵੀ ਕਿਵੇਂ ਹੀਟ ਟਰਾਂਸਫਰ ਹੁੰਦੀ ਹੈ ਜਾਂ ਵਰਕ ਟਰਾਂਸਫਰ ਹੁੰਦੀ ਹੈ ਐਨਰਜੀ ਦੇ ਮੋਡ ਕੇ। ਤਾਂ ਜਿਹੜੀ ਹੀਟ ਆ ਫਲੋ ਕਰਕੇ ਕਾਹਦੇ ਕਰਕੇ ਹੁੰਦਾ ਟੈਂਪਰੇਚਰ ਗਰੇਡੀਅੰਟ, ਵਰਕ ਕਾਹਦੇ ਕਰਕੇ ਹੁੰਦਾ ਗਾ ਇੰਬੈਲੈਂਸ ਹੁੰਦਾ ਗਾ ਜਰਨਲਾਈਜ਼ ਫੋਰਸ ਦਾ ਕਰਕੇ। ਜਿਹੜਾ ਪ੍ਰੋਡਕਟ ਹੁੰਦਾ ਜਰਨਲਾਈਜ਼ ਫੋਰਸ ਅਤੇ ਡਿਸਪਲੇਸਮੈਂਟ ਦਾ, ਉਹਨੂੰ ਆਪਾਂ ਕਹਿੰਦੇ ਜਿਵੇਂ ਆਪਾਂ ਲਿਖ ਦਿੰਦੇ ਹਾਂ ਵਰਕ ਦੀ F/ds। ਤਾਂ ਇਹ ਕੀ ਆ ਵਰਕ ਦਾ ਇੱਕ ਹੋ ਗਈ।
ਤਾਂ ਬਸ ਪੜ੍ਹ ਲੈਣਾ ਵੋਲਿਊਮ ਦਾ ਕੀ ਹੋਗਾ, ਲੋਕੇਸ਼ਨ ਕੀ ਆ, ਵਰਕ ਦੀ ਸਰਫੇਸ, ਇਹ ਆਪਣੇ ਇੰਪੋਰਟੈਂਟ ਹੈ ਨਹੀਂ ਇੰਨਾ ਕੰਮ ਦਾ। ਵਰਕ ਦਾ ਹੁਣ ਆਪਾਂ ਸਾਈਨ ਕਨਵੈਂਸ਼ਨ, ਵਰਕ ਜੇ ਵਰਕ ਨੂੰ ਲਵਾਂਗੇ ਆਪਾਂ ਨੈਗੇਟਿਵ ਜੇ ਕੀ ਗਿਆ ਸਿਸਟਮ ਕੰਮ ਕਰ ਰਿਹਾ ਹੈਗਾ ਹੈ ਨਾ, ਡਨ ਬਾਈ ਦਾ ਸਿਸਟਮ। ਵਰਕ ਲੈਣਾ ਆਪਾਂ ਪੋਜ਼ੀਟਿਵ, ਜੇ ਵਰਕ ਆਪਾਂ ਸਿਸਟਮ ਦੇ ਉੱਤੇ ਕਰ ਰਹੇ ਹਾਂ ਤਾਂ ਪੋਜ਼ੀਟਿਵ ਲੈਣਾ ਗਾ। ਤਾਂ ਹੁਣ ਇਹ 'ਤੇ ਆਪਾਂ ਇੱਕ ਉਹ ਕਰ ਲੈਂਦੇ ਹਾਂ, ਤਾਂ ਹੁਣ ਵਰਕ ਡਨ ਆਪਾਂ ਲੱਭਣਾ ਹਰੇਕ ਇਸ 'ਚ। ਜੇ 1 ਮੋਲ ਆਫ ਆਈਡੀਅਲ ਗੈਸ ਆ 10 ਲੀਟਰ ਕੰਟੇਨਰ ਦੇ ਵਿੱਚ ਵੀ, 1 ਐਟਮੋਸਫੀਅਰ 'ਚ ਉਹਨੂੰ ਕੀ ਕੀਤਾ, ਵੈਕੂਲਰ ਬਾਲਬ ਆਫ ਕਪੈਸਿਟੀ 100 ਲੀਟਰ 'ਚ ਕਰਨਾ। ਤਾਂ ਵਰਕ ਕੀ ਹੋ ਜਾਊਗਾ ਪੀ ਡੈਲਟਾ ਬੀ, ਤਾਂ ਗੈਸ ਸੈਂਟਰ ਦਾ ਵੈਕਿਊਮ ਬਾਲਬ ਅਤੇ ਪ੍ਰੈਸ਼ਰ ਕੀ ਹੋ ਜਾਊਗਾ 0 ਹੋ ਜੂ। ਤਾਂ ਟਾਈਪ ਆਫ ਐਕਸਪੈਂਸ਼ਨ ਕੀ ਹੋ ਜੂ, ਫਰੀ ਐਕਸਪੈਂਸ਼ਨ। ਤਾਂ ਜੇ ਫਰੀ ਐਕਸਪੈਂਸ਼ਨ 'ਚ ਵਰਕ ਕਿੰਨਾ ਹੁੰਦਾ ਗਾ 0, ਤਾਂ ਡੈਲਟਾ ਬੀ 0 ਹੋ ਜੂ, ਤਾਂ ਵਰਕ ਕਿੰਨਾ ਹੋ ਜੂਗਾ ਸਾਰਾ ਕੀ ਹੋ ਜੂਗਾ 0 ਹੋ ਜੂਗਾ। ਹੀਟ ਕੀ ਦਾ ਅਮਾਊਂਟ ਆਫ ਐਨਰਜੀ ਵਿੱਚ ਫਲੋ ਵਿੱਚ ਸਿਸਟਮ ਦੇ ਸਰਾਊਂਡਿੰਗ ਦੇ ਵਿੱਚ ਕਿੰਨੀ ਐਨਰਜੀ ਫਲੋ ਹੋਈ ਆ। ਤਾਂ ਨੈਗੇਟਿਵ ਸਾਈਨ ਲੈਣਾ ਹੈਗਾ ਜਦੋਂ ਕਿ ਸਿਸਟਮ ਤੋਂ ਬਾਹਰ ਜਾ ਰਹੀ ਹੈ ਐਨਰਜੀ, ਤਾਂ ਪੋਜ਼ੀਟਿਵ ਸਾਈਨ ਲੈਣਾ ਹੈਗਾ ਜੋ ਸਿਸਟਮ ਦੇ ਅੰਦਰ ਜਾ ਰਹੀ ਹੈ। ਵਰਕ ਆਨ ਦੀ ਸਿਸਟਮ, ਐਨਰਜੀ ਪੋਜ਼ੀਟਿਵ ਜੋ ਕਿ ਅੰਦਰ ਆ ਰਹੀ ਹੈ। ਅਤੇ ਨੈਗੇਟਿਵ ਲੈਣਾ ਜੋ ਸਿਸਟਮ ਤੋਂ ਸਿਸਟਮ ਕੰਮ ਕਰ ਰਿਹਾ ਹੈਗਾ, ਤਾਂ ਉਦੋਂ ਕੀ ਲੈਣਾ ਗਾ ਨੈਗੇਟਿਵ ਲੈਣਾ ਗਾ। ਇੰਟਰਨਲ ਐਨਰਜੀ ਅਤੇ ਫਸਟ ਲਾ ਆਫ ਥਰਮੋਡਾਇਨਮਿਕ। ਜਿਹੜਾ ਫਸਟ ਲਾ ਆਫ ਥਰਮੋਡਾਇਨਮਿਕ ਉਹ ਕਹਿੰਦਾ ਵੀ ਐਨਰਜੀ ਨੂੰ ਨਾ ਤਾਂ ਆਪਾਂ ਕ੍ਰੀਏਟ ਕਰ ਸਕਦੇ ਹਾਂ ਨਾ ਡਿਸਟਰਾਈ ਕਰ ਸਕਦੇ ਹਾਂ, ਪਰ ਇੱਕ ਫਾਰਮ ਤੋਂ ਦੂਜੀ ਫਾਰਮ 'ਚ ਆਪਾਂ ਚੇਂਜ ਕਰ ਸਕਦੇ ਹਾਂ। ਤਾਂ ਇਹਦੇ ਅਕੋਰਡਿੰਗ ਜਿਹੜਾ ਉਹ ਸੀਗਾ ਡੈਫੀਨੇਸ਼ਨ ਦਿੱਤੀ ਸੀ ਉਹ ਆ ਸੀਗੀ ਡੈਲਟਾ ਯੂ ਇਕੁਅਲ ਟੂ ਕਿਊ ਪਲੱਸ ਡਬਲਯੂ। ਇਹ ਤਾਂ ਕੀ ਇੰਟਰਨਲ ਐਨਰਜੀ ਸਿੰਬਲ ਆ, ਇਹ ਹੀਟ ਦਾ, ਆ ਕੀ ਆ ਵਰਕ ਦਾ। ਤਾਂ ਨੈਕਸਟ ਹੈਗਾ ਐਂਥੈਲਪੀ। ਕੈਮੀਕਲ ਰਿਐਕਸ਼ਨ ਜਰਨਲੀ ਕੈਰੀਡ ਆਊਟ ਕਾਂਸਟੈਂਟ ਪ੍ਰੈਸ਼ਰ 'ਤੇ ਕਰਦੇ ਆਪਾਂ, ਅਤੇ ਇਹਨੂੰ ਆਪਾਂ ਕੀ ਕਰਦੇ ਹਾਂ ਯੂਜ਼ਫੁਲ ਟੂ ਡਿਫਾਈਨ ਏ ਨਿਊ ਐਂਥੈਲਪੀ। ਤਾਂ ਐਂਥੈਲਪੀ ਕੀ ਹੋਊਗੀ ਯੂ ਪਲੱਸ ਪੀ ਵੀ ਆ ਗਿਆ। ਤਾਂ ਹੁਣ ਆਪਾਂ ਕੀ ਲਵਾਂਗੇ ਜੋ ਚੇਂਜ ਲੈਣ ਡੈਲਟਾ ਯੂ ਪਲੱਸ ਯੂ, ਪ੍ਰੈਸ਼ਰ ਤਾਂ ਕਾਂਸਟੈਂਟ ਆ, ਤਾਂ ਪ੍ਰੈਸ਼ਰ ਤਾਂ ਚੇਂਜ ਹੁੰਦਾ ਵੋਲਿਊਮ। ਤਾਂ ਆਹ ਕੀ ਬਣ ਗਈ ਐਂਥੈਲਪੀ ਦੀ ਕੀ ਬਣ ਗਈ, ਇਹ ਇਕੁਏਸ਼ਨ ਬਣ ਗਈ। ਆਹ ਵਾਲੀ ਇਕੁਏਸ਼ਨ ਕਾਹਦੀ ਆ ਐਂਥੈਲਪੀ ਦੀ ਆ। ਨੈਕਸਟ ਆ ਗਿਆ ਹੀਟ ਕਪੈਸਿਟੀ। ਹੀਟ ਕਪੈਸਿਟੀ ਸਿਸਟਮ ਨੂੰ ਡਿਫਾਈਨ ਕਰ ਸਕਦਾ ਅਮਾਊਂਟ ਆਫ ਹੀਟ ਰਿਕਾਇਰਡ ਟੂ ਟੈਂਪਰੇਚਰ ਕੀ ਸਿਸਟਮ ਦਾ 1 ਡਿਗਰੀ ਨਾਲ ਆਪਾਂ ਉਹ ਕਰਨਾ, ਤਾਂ ਉਹਨੂੰ ਆਪਾਂ ਕਹਾਂਗੇ ਟੈਂਪਰੇਚਰ ਕੀ ਸਿਸਟਮ ਦਾ 1 ਡਿਗਰੀ ਨਾਲ ਉਹ ਕਰਨਾ, ਤਾਂ ਉਹਨੂੰ ਕਹਾਂਗੇ ਹੀਟ ਕਪੈਸਿਟੀ। ਹੀਟ ਕਪੈਸਿਟੀ ਦਾ ਕੀ ਆ ਡੈਲਟਾ ਕਿਊ ਅਪੋਨ ਡੈਲਟਾ ਟੀ ਸੀ। ਜਦੋਂ ਹੋਵੇ ਆਪਣਾ ਕਾਂਸਟੈਂਟ ਵੋਲਿਊਮ, ਕਾਂਸਟੈਂਟ ਵੋਲਿਊਮ ਦੇ ਵਿੱਚ ਆਪਾਂ ਕੱਢਣਾ ਸੀ ਵੀ ਡੈਲਟਾ ਕਿਊ ਅਪੋਨ ਡੈਲਟਾ ਟੀ। ਕਿਊ ਵੀ ਕਾਂਸਟੈਂਟ ਆ ਅਤੇ ਉਹ ਵੀ ਆਪਣਾ ਕੀ ਆ ਵੋਲਿਊਮ ਕੀ ਆ ਕਾਂਸਟੈਂਟ ਗਾ। ਤਾਂ ਪਹਿਲਾ ਲਾ ਹੁਣ ਆਪਾਂ ਨੂੰ ਪਤਾ ਸੀਗਾ ਡੀ ਕਿਊ ਮਾਈਨਸ ਡੀ ਡਬਲਯੂ। ਤਾਂ ਡੀ ਕਿਊ ਦੀ ਮੈਂ ਡੀ ਡਬਲਯੂ ਦੀ ਇੱਥੋਂ ਵੈਲਿਊ ਨਿਕਲ ਪੀ ਇਕੁਅਲ ਟੂ ਡੀ ਵੀ ਆ ਇੰਨੀ ਆ, ਅਤੇ ਇਹਨੂੰ ਆਪਾਂ ਇਕੁਏਸ਼ਨ 'ਚ ਭਰਿਆ ਅਤੇ ਸਾਰੀ ਇਕੁਏਸ਼ਨ ਸੋਲਵ ਕਰ ਲੈਣੀ ਆਪਾਂ। ਤਾਂ ਫਾਈਨਲ ਮੇਰੇ ਕੋਲ ਇਕੁਏਸ਼ਨ ਕੀ ਆ ਜੂਗੀ ਸੀ ਵੀ ਇਕੁਅਲ ਟੂ ਇੰਟਰਨਲ ਐਨਰਜੀ ਚੇਂਜ ਅਪੋਨ ਟਾਈਮ ਇਕੁਅਲ ਟੂ ਵੋਲਿਊਮ। ਤਾਂ ਜਦੋਂ ਕਿ ਕਾਂਸਟੈਂਟ ਵੋਲਿਊਮ 'ਤੇ ਵੈਲਿਊ ਕੀ ਹੁੰਦੀ ਆ ਇੰਟਰਨਲ ਹੀਟ ਕਪੈਸਿਟੀ ਦੀ ਆਹ ਹੁੰਦੀ ਆ। ਹੁਣ ਆਪਾਂ ਇਹ ਦੁਆ ਕੱਢਣਾ ਗਾ ਕਾਂਸਟੈਂਟ ਪ੍ਰੈਸ਼ਰ 'ਤੇ ਸੀ ਪੀ ਕੱਢਣਾ ਗਾ। ਸੀ ਵੀ ਤਾਂ ਹੁਣ ਆਪਾਂ ਨੂੰ ਪਤਾ ਲੱਗ ਗਈ ਸੀ ਡੈਲਟਾ ਯੂ ਅਪੋਨ ਡੈਲਟਾ ਟੀ ਐਟ ਕਾਂਸਟੈਂਟ ਬੀ। ਤਾਂ ਸਿਮਿਲਰਲੀ ਇਹ ਕੱਢ ਲਾਂਗੇ ਆਪਾਂ ਸੀ ਪੀ ਇਕੁਅਲ ਟੂ ਡੈਲਟਾ ਐਚ ਅਪੋਨ ਡੈਲਟਾ ਟੀ ਅਪੋਨ ਬੀ। ਐਚ ਦਾ ਕੀ ਆ ਐਂਥੈਲਪੀ ਆ। ਤਾਂ ਡੈਲਟਾ ਸੀ ਬੀ ਅਤੇ ਡੈਲਟਾ ਐਚ ਆਪਾਂ ਦੋਨੇ ਕੀ ਕਰ ਲਏ, ਉਹ ਤਾਂ ਕਾਂਸਟੈਂਟ ਵੋਲਿਊਮ 'ਤੇ ਸੀਗਾ, ਇਹ ਕੀ ਕਾਂਸਟੈਂਟ ਪ੍ਰੈਸ਼ਰ 'ਤੇ ਆ। ਜੇ 1 ਮੋਲ ਆਈਡੀਅਲ ਗੈਸ ਦਾ ਲੈਤਾ ਜਿਹੜੀ ਹੀਟ ਕਪੈਸਿਟੀ ਕਾਂਸਟੈਂਟ ਪ੍ਰੈਸ਼ਰ 'ਤੇ ਆ ਉਹ ਕੀ ਹੋਊਗੀ
ਕਾਂਸਟੈਂਟ ਵੋਲੀਅਮ ਨਾਲ ਕੀ ਹੋਊਗੀ, ਹਮੇਸ਼ਾ ਕੀ ਹੋਊਗੀ, ਜ਼ਿਆਦਾ ਹੋਊਗੀ। ਨੂਮੈਰੀਕਲ ਤੁਸੀਂ ਸਾਰੇ ਕਰ ਕੇ ਦੇਖ ਲੈਣੇ, ਜਿਹੜੇ ਨਾ ਹੋਏ ਤਾਂ ਪੁੱਛ ਸਕਦੇ ਹੋ ਤੁਸੀਂ ਕਮੈਂਟ 'ਚ ਕਰਕੇ। ਤਾਂ ਆਪਣੇ ਸਿਲੇਬਸ ਦਾ ਹੈ ਨਹੀਂ ਗਾ ਪਾਰਟ ਇਹ। ਸੀ ਪੀ ਅਤੇ ਸੀ ਵੀ ਦਾ ਰਿਲੇਸ਼ਨ ਕੀ ਆ, ਸੀ ਪੀ ਮਾਈਨਸ ਸੀ ਵੀ ਕਾਹਦੇ ਬਰਾਬਰ ਹੁੰਦਾ ਗਾ, ਆਰ ਦੇ। ਠੀਕ ਆ, ਜਾਂ ਆਪਾਂ ਇਸ ਤਰ੍ਹਾਂ ਕੀ ਆਈਡਲ ਗੈਸ ਵਾਸਤੇ ਹੁੰਦਾ ਗਾ, ਤਾਂ ਇਹਨੂੰ ਆਪਾਂ ਯਾਦ ਰੱਖ ਸਕਦੇ ਹਾਂ। ਆਪਾਂ ਸਾਰਾ ਪਿਛਲੇ ਚੈਪਟਰ 'ਚ ਕਰ ਲਿਆ ਸੀਗਾ।